श्री वाहिगुरु जी। वचित्र राग रंग जो सुअगर भाव मोह बने, कविंदे आस पास मैं रसाल वाक जे पने। परवीन चार कामणी जो पृष्ठ भाग मूल से, अलंकृति मनोहरी मुखार बिंद ते हसे। वाहिगुरु जी का खालसा वाहिगुरु जी की फतेह। गुरु प्यारे खालसा जी, आप जी ने महान ग्रंथ वैराग शतਕ ਦੇ ਪਹਿਲੇ ਅਧਿਆਏ ਦੇ 41 ਛੰਦ ਸਰਵਣ ਕੀਤੇ ਹਨ। ਆਓ ਹੁਣ ਇਸ ਤੋਂ ਅੱਗੇ ਨਰਾਜ ਛੰਦ ਵਿੱਚ ਕਵੀ ਜੀ ਪੰਡਿਤ ਹਰਦਿਆਲ ਜੀ, ਜੋ ਮਹਾਂਪੁਰਸ਼ ਭਰਤਰੀ ਹਰੀ ਜੀ ਨੇ ਵਿਚਾਰ ਦਿੱਤੇ ਹਨ ਵੈਰਾਗ ਨੂੰ ਦ੍ਰਿੜ ਕਰਾਉਣ ਵਾਸਤੇ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਲਈ ਵੈਰਾਗ ਬਹੁਤ ਜ਼ਰੂਰੀ ਸਾਧਨ ਹੈ। ਜਿੰਨਾ ਚਿਰ ਵੈਰਾਗ ਨਹੀਂ ਹੁੰਦਾ ਉਹਨਾਂ ਚਿਰ ਮਾਇਆ ਛੁੱਟਦੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਬਿਨ ਵੈਰਾਗ ਨਾ ਛੂਟ ਸਮਾਇਆ। ਸੋ ਮਹਾਰਾਜ ਜੀ ਕਥਨ ਕਰ ਰਹੇ ਨੇ, ਵਿਚਿੱਤਰ ਰਾਗ ਰੰਗ ਜੋ ਸੋ ਅਗਰ ਭਾਵ ਮੋਹ ਬਨੇ। ਕਹਿੰਦੇ ਬੜੇ ਹੀ ਵਿਚਿੱਤਰ ਪ੍ਰਕਾਰ ਦੇ ਰਾਗ ਰੰਗ ਹੋਣ, ਤਮਾਸ਼ੇ ਹੋਣ, ਅੱਗੇ ਤਮਾਸ਼ੇ ਕਰਨ ਵਾਲੇ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਰਾਗ ਗਾਉਂਦੇ ਹੋਣ, ਨਾਚ ਕਰਦੇ ਹੋਣ। ਕਵਿੰਦੇ ਆਸ ਪਾਸ ਮੈਂ ਰਸਾਲ ਵਾਕ ਜੇ ਬਨੇ। ਔਰ ਬੜੇ ਬੜੇ ਕਵੀ ਆਸ ਪਾਸ ਬਹਿ ਕੇ ਬੜੀ ਰਸਾਲ ਰਸ ਵਾਲੀ ਕਵਿਤਾ ਸੁਣਾਉਂਦੇ ਹੋਣ। ਕਵਿੰਦ ਕਹਿੰਦੇ ਕਵੀਆਂ ਨੂੰ ਆਸ ਪਾਸ ਆਲੇ ਦੁਆਲੇ ਰਸਾਲ ਰਸ ਵਾਲੇ ਬਚਨ ਵਾਕ ਜੇ ਬਨੇ ਜੋ ਉਚਾਰਨ ਕਰਦੇ ਹੋਣ। परवीन चार कामणी जो पृष्ठ भाग मोल से। परवीन कहते बड़ी सियाणी सुंदर, चार मैंने सुंदर, कामनी कहिए इस्त्री, यानी बड़ी सियाणी सुंदर इस्त्री जिहदा शरीर जिहदी पिठ भी बड़ी चमकदी होवे। पृष्ठ भाग मोल से भाव जिहदी पिठ भी सुंदर होवे, सारा शरीर जिहदे 16 श्रृंगार 32 ਲੱਛਣ 64 ਕਲਾ ਪੂਰਨ ਹੋਵੇ। ਅਲੰਕ੍ਰਿਤੀ ਮਨੋਹਰੀ ਮੁਖਾਰ ਬਿੰਦ ਤੇ ਹਸੇ। ਅਲੰਕ੍ਰਿਤੀ ਯਾਨੀ ਗਹਿਣਿਆਂ ਦੇ ਨਾਲ ਸਜੀ ਹੋਵੇ। ਮਨੋਹਰੀ ਮਨ ਨੂੰ ਮੋਹਣ ਵਾਲੀ ਹੋਵੇ, ਮਨ ਨੂੰ ਹਰਨ ਵਾਲੀ ਹੋਵੇ, ਤੇ ਕਮਲ ਵਰਗੇ ਮੁਖਾਰ ਬਿੰਦ ਤੋਂ ਮੁਸਕਰਾ ਰਹੀ ਹੋਵੇ। ਕਰੇ ਗ੍ਰਹੀਤ ਚਾਮ ਰੰਗ ਬਿਲਾਸ ਸੋਂ ਪ੍ਰਮਾਵਤੀ। ਕਰੇ ਮੈਨੇ ਹੱਥ ਵਿੱਚ, ਗਰਹੀਤ ਮੈਨੇ ਪਕੜ ਕੇ, ਚਾਮਰੰਗ ਮੈਨੇ ਚੌਰ, ਆਪਣੇ ਹੱਥ ਵਿੱਚ ਚੌਰ ਫੜ ਕੇ ਤੇ ਖੁਸ਼ੀ ਦੇ ਨਾਲ ਹਾਸ ਵਿਲਾਸ ਨਾਲ ਸਾਡੇ ਸਿਰ ਦੇ ਉੱਤੇ ਕਰਦੀ ਹੋਵੇ, ਰਾਜਾ ਬਣ ਕੇ ਬੈਠੇ ਹੋਈਏ। ਤਿਨੇ ਕਰੇ ਕਰੇ ਹਰੇ ਕਰੇ ਤੁਨ ਸੋ ਭਾਵਤੀ। ਤਿਨੇ ਕਰੇ ਉਹਨਾਂ ਚੌਰ ਫੇਰਨ ਵਾਲੀਆਂ ਸੁੰਦਰ ਇਸਤਰੀਆਂ ਦੇ ਹੱਥਾਂ ਵਿੱਚ, ਕਰੇ ਮੈਨੇ ਹੱਥਾਂ ਵਿੱਚ, ਤਿਨੇ ਕਰੇ ਉਹਨਾਂ ਦੇ ਹੱਥਾਂ ਵਿੱਚ, ਕਰੇ ਹਲੇ ਕੜੇ ਹਲਦੇ ਹੋਣ, ਸੋਨੇ ਦੇ ਕੜੇ ਪਾਏ ਹੋਣ ਤੇ ਉਹ ਹਲਦੇ ਹੋਣ। ਕਰੇ ਤੁਨ ਸੋ ਭਾਵਤੀ, ਉਹ ਮਨ ਨੂੰ ਭਾਉਣ ਵਾਲੀ ਆਵਾਜ਼ ਦਿੰਦੇ ਹੋਣ। ਅਰੋਗ ਦੇਹ ਆਯੁਖਾ ਮਹਾ ਅਸਤਰ ਰਾਜ ਹੈ। ਦੇਹ ਅਰੋਗ ਹੋਵੇ, ਉਮਰ ਲੰਮੀ ਹੋਵੇ, ਆਯੁਖਾ ਉਮਰ ਵਾਲੀ ਹੋਵੇ, ਤੇ ਮਹਾ ਅਸਤਰ ਰਾਜ ਹੈ। ਇਹੋ ਜਿਹਾ ਰਾਜ ਹੋਵੇ ਕੋਈ ਵੈਰੀ ਨਾ ਹੋਵੇ, ਕੋਈ ਸ਼ਤਰੂ ਨਾ ਹੋਵੇ, ਸਾਰੇ ਸ਼ਤਰੂ ਦਬਾ ਲਏ ਹੋਣ ਜਾਂ ਸ਼ਤਰੂ ਮਿੱਤਰ ਬਣ ਗਏ ਹੋਣ। ਨਿਹਕੰਟਕ ਰਾਜ ਹੋਵੇ, ਜਿਵੇਂ ਗੁਰਬਾਣੀ ਚਾਹੁੰਦਾ ਨਿਹਕੰਟਕ ਰਾਜ ਪੁੰਜ ਤੋਂ। ਨਿਹਕੰਟਕ ਰਾਜ ਹੋਣਾ ਬੜਾ ਮੁਸ਼ਕਿਲ ਹੈ। ਧਰੂ ਜੀ ਨੇ ਆਪਣੀ ਮਾਂ ਨੂੰ ਪੁੱਛਿਆ ਸੀ ਵੀ ਕਿਸ ਉਦਮ ਤੇ ਰਾਜ ਮਿਲਿਆ, ਸ਼ਤਰੂ ਤੇ ਸਭ ਹੋਮਣ ਮੀਤਾ। ਕਿਹੜਾ ਉਦਮ ਕਰੀਏ ਰਾਜ ਮਿਲ ਜਾਵੇ ਤੇ ਦੁਸ਼ਮਣ ਕੋਈ ਨਾ ਰਵੇ, ਕਿਉਂਕਿ ਰਾਜ 'ਚ ਦੁਸ਼ਮਣ ਬੜੇ ਹੁੰਦੇ ਨੇ। ਰਾਜੇ ਦੇ ਭਰਾ, ਰਾਜੇ ਦੇ ਪਰਿਵਾਰ ਦੇ ਜੀ ਰਾਜੇ ਨੂੰ ਮਾਰ ਕੇ ਰਾਜ ਖੋਣਾ ਚਾਹੁੰਦੇ। ਕਈ ਵਾਰੀ ਰਾਜੇ ਦੀ ਰਾਣੀ ਰਾਜੇ ਨੂੰ ਮਾਰ ਕੇ ਆਪ ਰਾਣੀ ਬਣਨਾ ਚਾਹੁੰਦੀ ਹੈ। ਕਈ ਵਾਰੀ ਰਾਜੇ ਦੇ ਪੁੱਤਰ ਰਾਜੇ ਨੂੰ ਕਤਲ ਕਰਕੇ ਰਾਜ ਕਰਨਾ ਚਾਹੁੰਦੇ ਨੇ। ਸੋ ਰਾਜ ਵਿੱਚ ਵੀ ਬੜੇ ਦੁੱਖ ਨੇ, ਪਰ ਐਸਾ ਰਾਜ ਹੋਵੇ ਦੁੱਖ ਹੋਵੇ ਕੋਈ ਨਾ। ਮਹਾ ਅਸਤਰ ਰਾਜ ਹੈ, ਕੋਈ ਸ਼ਤਰੂ ਨਾ ਹੋਵੇ, ਐਸਾ ਰਾਜ ਹੋਵੇ। ਜਬੈ ਸਮੀਪ ਆਪਣੇ ਲਖੇ ਇਤੇ ਸਮਾਜ ਹੈ। ਜਦੋਂ ਕੋਈ ਬੰਦਾ ਸਮਝੇ ਵੀ ਇੰਨਾ ਕੁਝ ਮੇਰੇ ਕੋਲ ਹੈ, ਯਾਨੀ ਬੜੇ ਸੋਹਣੇ ਰਾਗ ਰੰਗ ਹੋਣ, ਕਵੀ ਕੋਲ ਕਵਿਤਾ ਸੁਣਾਉਂਦੇ ਹੋਣ, ਸੁੰਦਰ ਰੂਪ ਵਾਲੀਆਂ ਇਸਤਰੀਆਂ ਨਾਚ ਗਾਣਾ ਕਰਦੀਆਂ ਹੋਣ,
ਤੇ ਸਿਰ ਦੇ ਉੱਤੇ ਚੌਰ ਝੁਲਾਉਂਦੀਆਂ ਹੋਣ, ਆਪਣਾ ਸਰੀਰ ਰਾਜੀ ਬਾਜੀ ਹੋਵੇ, ਕੋਈ ਦੁਸ਼ਮਣ ਨਾ ਹੋਵੇ, ਇਹੋ ਜਿਹਾ ਰਾਜ ਭਾਗ ਹੋਵੇ। ਪਰ ਪੰਚ ਭੋਗ ਸਵਾਦ ਮੈਂ ਨਿਸੰਕ ਤੋ ਅਬੀਰਮੋ। ਤਾਂ ਭਰਥਰੀ ਮਹਾਰਾਜ ਕਹਿੰਦੇ ਫਿਰ ਇਹਨਾਂ ਪ੍ਰਪੰਚਾਂ ਵਿੱਚ, ਇਹਨਾਂ ਭੋਗਾਂ ਵਿੱਚ, ਸਵਾਦਾਂ ਵਿੱਚ ਹੁਣੇ ਲੱਗ ਜਾਓ। ਭਾਵ ਇੱਦਾਂ ਦੇ ਹੋਵੇ ਤਾਂ, ਇੱਦਾਂ ਦਾ ਹੋਣਾ ਮੁਸ਼ਕਿਲ ਹੈ। ਭਵੇ ਤਥਾ ਨ ਤੋ ਕਹਾਂ ਬਿਰਥਾ ਇਤੇ ਉਤੇ ਭਰਮੋ। ਭਵੇ ਤਥਾ ਨਾ, ਪਰ ਇਹ ਸੁਪਨਾ ਹੀ ਹੈ ਜਿਹੜਾ ਉੱਪਰ ਦੱਸਿਆ ਹੈ, ਹੁੰਦਾ ਨਹੀਂ ਇੱਦਾਂ। ਪਹਿਲੀ ਗੱਲ ਤਾਂ ਇੰਨੇ ਰਾਗ ਰੰਗ ਨਹੀਂ ਮਿਲਦੇ ਬੰਦੇ ਨੂੰ, ਇੰਨੇ ਕਵੀ ਵਿਦਵਾਨ ਨਹੀਂ ਮਿਲਦੇ, ਇਹੋ ਜਿਹੀਆਂ ਸੁੰਦਰ ਇਸਤਰੀਆਂ ਨਹੀਂ ਮਿਲਦੀਆਂ। ਅਤੇ ਕਹਿੰਦੇ ਰਾਜ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਦੁਸ਼ਮਣ ਉਹਦੇ 'ਚ ਰਾਜ 'ਚ ਹੁੰਦਾ ਹੈ। ਜਿੱਡੇ ਵੱਡੇ ਸਿਰ ਓਡੀਆਂ ਵੱਡੀਆਂ ਪੀੜਾਂ ਰਾਜਿਆਂ ਨੂੰ ਹੁੰਦੀਆਂ ਨੇ, ਅਤੇ ਬਿਮਾਰੀਆਂ ਰੋਗ ਲੱਗੇ ਹੁੰਦੇ ਨੇ ਸਰੀਰ ਨੂੰ। ਕਹਿੰਦੇ ਇਹ ਹੁੰਦਾ ਨਹੀਂ ਇੱਦਾਂ ਜਿਵੇਂ ਅਸੀਂ ਸੋਚਿਆ ਵੀ ਇੱਦਾਂ ਹੋਵੇ ਤਾਂ, ਪਰ ਹੁੰਦਾ ਨਹੀਂ। ਭਵੇ ਤਥਾ ਨਾ, ਤਥਾ ਨਹੀਂ ਹੁੰਦਾ, ਉਸੇ ਤਰ੍ਹਾਂ ਨਹੀਂ ਹੁੰਦਾ। ਤੋ ਕਹਾਂ, ਤੋ ਫਿਰ ਕਹਿੰਦੇ ਕਾਹਦੇ ਵਾਸਤੇ ਬਿਰਥਾ ਇਤੇ ਉਤੇ ਭਰਮੋ, ਕਿਉਂ ਇੱਧਰ ਉੱਧਰ ਭਟਕਦੇ ਫਿਰਦੇ ਹੋ, ਇਹ ਚੀਜ਼ ਬਣਨੀ ਨਹੀਂ। ਅਸੰਗ ਵਿਸ਼ਵ ਤੇ ਭਵੋ ਅਰਨ ਬਾਸ ਲੀਜੀਏ। ਮਹਾਰਾਜ ਭਰਥਰੀ ਜੀ ਕਹਿੰਦੇ ਫਿਰ ਇਸ ਸੰਸਾਰ ਤੋਂ, ਵਿਸ਼ਵ ਤੋਂ, ਜਗਤ ਤੋਂ ਨਿਰਾਰੇ ਹੋ ਜਾਓ। ਅਸੰਗ ਮੈਨੇ ਇਹਨਾਂ ਦਾ ਸੰਗ ਛੱਡ ਦਿਓ, ਇਹਨਾਂ ਦੀ ਵਾਸ਼ਨਾ ਛੱਡ ਦਿਓ, ਇਹਨਾਂ ਦੀ ਇੱਛਾ ਛੱਡ ਦਿਓ। ਅਰਨ ਮੈਨੇ ਜੰਗਲ, ਜੰਗਲ ਦਾ ਵਾਸ ਲੈ ਲਓ। ਅਰਨ ਬਾਸ ਲੀਜੀਏ, ਜੰਗਲ ਵਿੱਚ ਚਲੀਏ। ਅਸੰਗ ਪ੍ਰਗਿਆਤ ਮੈਂ ਮਨਾ ਪ੍ਰਵੇਸ਼ ਸੀਗਰ ਕੀਜੀਏ। ਅਸੰਗ ਪ੍ਰਗਿਆਤ ਹੁੰਦੀ ਹੈ ਉਹ ਸਮਾਧੀ ਜਿਹਦੇ 'ਚ ਕੋਈ ਫੁਰਨਾ ਨਹੀਂ ਉੱਠਦਾ, ਨਿਰਵਿਕਲਪ ਸਮਾਧੀ, ਜਿਹਦੇ 'ਚ ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਪ੍ਰਮਾਤਾ ਪ੍ਰਮਾਣ ਪ੍ਰਮੇਹ ਦੀਆਂ ਤ੍ਰਿਪੁਟੀਆਂ ਖਤਮ ਹੋ ਜਾਂਦੀਆਂ। ਬਸ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਦਵੈਤੇ ਏਕ ਰੂਪ ਹੋਵੇ ਗਇਓ। ਜਿਵੇਂ 10ਵੇਂ ਪਾਤਸ਼ਾਹ ਨੇ ਲਿਖਿਆ, ਜਿੱਥੇ ਮੈਂ ਤੇ ਤੂੰ ਰਹਿੰਦੇ ਨਹੀਂ, ਉਹ ਅਸੰਗ ਪ੍ਰਗਿਆਤ ਹੁੰਦੀ ਹੈ। ਇਹੋ ਜਿਹੀ ਅਵਸਥਾ ਦੇ ਵਿੱਚ ਮੇਰੇ ਮਨਾ ਪ੍ਰਵੇਸ਼ ਸੀਗਰ ਕੀ, ਛੇਤੀ ਪ੍ਰਵੇਸ਼ ਕਰ ਜਾਓ ਨਿਰਵਿਕਲਪ ਸਮਾਧੀ ਵਿੱਚ, ਤਾਂ ਤੁਹਾਡਾ ਜਨਮ ਮਰਨ ਕੱਟਿਆ ਜਾ ਸਕਦਾ। ਜਿੰਨਾ ਚਿਰ ਨਿਰਵਿਕਲਪ ਸਮਾਧੀ ਨਹੀਂ ਹੁੰਦੀ ਜਿਉਂਦੇ ਜੀ, ਉਹਨਾਂ ਚਿਰ ਸਾਡੀ 84 ਨਹੀਂ ਕੱਟੀ ਜਾ ਸਕਦੀ, ਉਹਨਾਂ ਚਿਰ ਸਾਡੇ ਫੁਰਨੇ ਚੱਲਦੇ ਹੈ। ਅਤੇ ਅਖੀਰਲੇ ਸਮੇਂ ਵੀ ਕੋਈ ਫੁਰਨਾ ਆਵੇਗਾ ਹੀ। ਜਦੋਂ ਅਖੀਰਲੇ ਸਮੇਂ ਕੋਈ ਫੁਰਨਾ ਮਾਇਆ ਦਾ ਆ ਗਿਆ ਤਾਂ ਸੱਪ ਦੀ ਜੂਨ ਮਿਲ ਜੇਗੀ, ਜੇ ਮਕਾਨਾਂ ਦਾ ਆ ਗਿਆ ਤਾਂ ਭੂਤਾਂ ਪ੍ਰੇਤਾਂ ਦੀ ਜੂਨ ਮਿਲ ਜੇਗੀ, ਜੇ ਬੱਚਿਆਂ ਦਾ ਆ ਗਿਆ ਤਾਂ ਸੂਰ ਦੀ ਜੂਨ ਮਿਲ ਜੇਗੀ। ਅੰਤਕਾਲ ਜੇ ਲੜਕੇ ਸਿਮਰੈ, ਉਹ ਸ਼ਬਦ ਸਾਰਾ ਹੀ ਮਹਾਰਾਜ ਨੇ ਦੱਸਿਆ। ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਫੁਰਨੇ ਹੋਏ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਨਿਰਵਿਕਲਪ ਸਮਾਧੀ ਹੋ ਗਈ, ਪਰਮੇਸ਼ਰ 'ਚ ਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੋ ਛੇਤੀ ਕਰੋ, ਉਸ ਨਿਰਵਿਕਲਪ ਸਮਾਧੀ ਵਿੱਚ ਜਾਣ ਦੇ ਲਈ ਯਤਨ ਕਰੋ। ਕਬਿਤ ਭੂਮ ਸੇਜ ਮੂਲ ਫਲ ਮੇਦ ਨਵ ਵਲ ਕਲ ਕਰਨੇ ਨ ਪਰੇ, ਦੇਵ ਆਗੇ ਰਚ ਧਰੇ ਹੈ। ਕਹਿੰਦੇ ਜੰਗਲਾਂ 'ਚ ਜਾ ਕੇ ਕੀ ਕਰਾਂਗੇ, ਉੱਥੇ ਖਾਵਾਂਗੇ ਕੀ, ਸੌਵਾਂਗੇ ਕਿੱਥੇ। ਤਾਂ ਮਹਾਰਾਜ ਭਰਥਰੀ ਜੀ ਕਹਿੰਦੇ ਚਿੰਤਾ ਨਾ ਕਰੋ, ਉੱਥੇ ਧਰਤੀ ਦੀ ਸੇਜਾ ਹੈ, ਭੂਮ ਸੇਜ, ਸੌਣ ਵਾਸਤੇ ਮੰਜਾ ਬਿਸਤਰਾ ਜਿਹੜਾ ਧਰਤੀ ਮਾਤਾ ਹੈ, ਧਰਤੀ ਮਾਤਾ ਦੀ ਸੇਜਾ 'ਤੇ ਸੌਵਾਂਗੇ। ਮੂਲ ਫਲ, ਦਰਖਤਾਂ ਦੀਆਂ ਜੜ੍ਹਾਂ ਜਿਹੜੀਆਂ ਹੁੰਦੀਆਂ ਉਹਨੂੰ ਮੂਲ ਕਹਿੰਦੇ ਆ। ਕਈ ਦਰਖਤਾਂ ਦੀਆਂ ਜੜ੍ਹਾਂ ਬੜੀਆਂ ਮਿੱਠੀਆਂ ਹੁੰਦੀਆਂ ਨੇ ਅਤੇ ਜੋਗੀ ਲੋਕ ਕੱਢ ਕੇ ਖਾ ਲੈਂਦੇ ਆ। ਕਹਿੰਦੇ ਦਰਖਤਾਂ ਦੀਆਂ ਜੜ੍ਹਾਂ ਅਤੇ ਦਰਖਤਾਂ ਦੇ ਫਲ ਮੇਦ ਮੈਨੇ ਬੜੇ ਪਵਿੱਤਰ ਹਨ। ਨਾਮ ਵਲ ਕਲ, ਅਤੇ ਵਲ ਕਲ ਕਹਿੰਦੇ ਭੋਜ ਪੱਤਰ ਨੂੰ, ਜਾਂ ਦਰਖਤਾਂ ਦੀਆਂ ਛੱਲਾਂ ਜਿਹੜੀਆਂ ਉੱਤੋਂ ਲਾਹ ਕੇ ਸਰੀਰ ਦੇ ਉੱਤੇ ਪਹਿਨ ਲੈਂਦੇ ਕੱਪੜਿਆਂ ਦੀ ਥਾਂ 'ਤੇ। ਕਹਿੰਦੇ ਖਾਣ ਵਾਸਤੇ ਦਰਖਤਾਂ ਦੀਆਂ ਜੜ੍ਹਾਂ ਅਤੇ ਫਲ ਹਨ, ਸੌਣ ਵਾਸਤੇ ਪਵਿੱਤਰ ਧਰਤੀ ਦੀ ਸੇਜਾ ਹੈ, ਪਹਿਨਣ ਵਾਸਤੇ ਬੜੇ ਸੋਹਣੇ ਭੋਜ ਪੱਤਰ ਹਨ। ਕਰਨੇ ਨਾ ਪਰੇ, ਕਰਨੇ ਨਹੀਂ ਪੈਣੇ। ਦੇਵ ਆਗੇ ਰਚ ਧਰੇ ਹੈ, ਪ੍ਰਮਾਤਮਾ ਨੇ, ਦੇਵ ਦਾ ਅਰਥ ਹੈ ਪ੍ਰਮਾਤਮਾ ਨੇ, ਵਾਹਿਗੁਰੂ ਨੇ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਨੇ ਸਾਰੇ। ਕਰੋ ਇਨੇ ਸਾਥ ਰਤ, ਪਿਆਰੀ ਪ੍ਰੇਮ ਵਾਰੀ ਮਤ। ਕਹਿੰਦੇ ਇਹਨਾਂ ਚੀਜ਼ਾਂ ਨਾਲ ਪ੍ਰੇਮ ਕਰੋ। ਪ੍ਰੇਮ ਵਾਲੀ ਮਤ ਜਿਹੜੀ ਹੈ, ਭਾਵ ਪ੍ਰੀਤੀ ਭਗਤੀ ਸ਼ਰਧਾ ਭਾਵਨੀ ਵਾਲੀ, ਹੇ ਮੇਰੀ ਬੁੱਧੀ ਤੂੰ ਪਿਆਰ ਕਰਦੀ ਹੈ
ਤੂੰ ਕਰਦੀ ਹੈ ਸੰਸਾਰ ਦੇ ਮਾਇਆ ਦੇ ਪਦਾਰਥਾਂ ਨੂੰ। ਹੁਣ ਤੂੰ ਇਹਨਾਂ ਚੀਜ਼ਾਂ ਨਾਲ ਪ੍ਰੇਮ ਕਰ, ਭਾਵ ਜੰਗਲ ਵੱਲ ਚੱਲ, ਸੰਸਾਰ ਤੋਂ ਮੋਹ ਤੋੜ ਤੇ ਪਰਮਾਤਮਾ ਨਾਲ ਪ੍ਰੇਮ ਕਰ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਵਾਹਿਗੁਰੂ ਨਾਲ ਪ੍ਰੀਤ ਕਰੋ। ਉਠੋ ਉਠੋ ਤਾਂ ਮੈਂ ਅਬ ਜਾਮੈ ਬੇਬ ਠਰੇ ਹੈ। ਉਠੋ, ਛੇਤੀ ਕਰੋ, ਉਠੋ ਉਠੋ ਤੇ ਉਸ ਜੰਗਲ ਵੱਲ ਚੱਲੋ ਜਿਨ੍ਹਾਂ ਦੇ ਵਿੱਚ ਬਿਬ ਠਰੇ ਹੈ। ਦੋਵੇਂ ਚੀਜ਼ਾਂ, ਭਾਵ ਖਾਣ ਤੇ ਪਹਿਨਣ ਦੀਆਂ ਦੋਵੇਂ ਚੀਜ਼ਾਂ ਉੱਥੇ ਰੱਖੀਆਂ ਹੋਈਆਂ ਨੇ। ਪਰਮਾਤਮਾ ਨੇ ਢੇਰਾਂ ਦੇ ਢੇਰ ਲਾਏ ਹੋਏ ਨੇ, ਫਲਾਂ ਦੇ ਅਤੇ ਪਹਿਨਣ ਵਾਸਤੇ ਬਲਕਲਾਂ ਦੇ। ਤੁਛ ਅਬ ਵੇਖੀ ਸੱਠ ਮੂੜ ਮੂੜ ਮਨ ਬੋਲ ਘਟ। ਤੁਛ ਅਬ ਵੇਖੀ ਸੱਠ, ਜਿਹੜੇ ਤੁਛ ਬੁੱਧੀ ਵਾਲੇ ਅਵਿਵੇਕੀ ਅਗਿਆਨੀ ਹਨ, ਸੱਠ ਮੂਰਖ ਹਨ। ਮੂੜ ਮਨ, ਜਿਨ੍ਹਾਂ ਦੇ ਮਨਾਂ ਦੇ ਅੰਦਰ ਮੂਰਖਤਾ ਦਾ ਅੰਤ ਹੀ ਕੋਈ ਨਹੀਂ। ਬੋਲ ਘਟ, ਕੌੜਾ ਬੋਲਦੇ ਹਨ। ਜਾਂ ਕੇ ਚਿੱਤ ਚਿੰਤਾ ਆਗ ਕਰ ਸਦਾ ਜਰੇ ਹੈ। ਜਿਨ੍ਹਾਂ ਅਵਿਵੇਕੀ ਜਨਾਂ ਦੇ, ਮੂਰਖ ਲੋਕਾਂ ਦੇ ਚਿੱਤ ਚਿੰਤਾ ਦੀ ਅੱਗ 'ਚ ਸਦਾ ਹੀ ਸੜਦੇ ਰਹਿੰਦੇ ਆ। ਆ ਜਿਹੜੇ ਮਾਇਆਧਾਰੀ ਨੇ, ਮਾਇਆਧਾਰੀ ਆ ਤਾਂ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਇਹ ਮਾਇਆ ਦੇ ਨਾਲ ਲਿਸ਼ਕੇ ਪੁਸ਼ਕੇ ਰਹਿੰਦੇ ਆ, ਗੱਡੀਆਂ ਕਾਰਾਂ ਵੱਡੀਆਂ ਵਧੀਆ ਤੇ ਹੰਕਾਰ ਨਾਲ ਭਰੇ ਰਹਿੰਦੇ ਆ, ਪਰ ਚਿੰਤਾ ਇਹਨਾਂ ਨੂੰ ਬੜੀ ਸਾੜਦੀ ਹੈ। ਮਹਾਰਾਜ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਹਦੇ ਕੋਲ ਜ਼ਿਆਦੀ ਮਾਇਆ ਉਹਦੇ ਘਰ ਜ਼ਿਆਦੀ ਚਿੰਤਾ। ਐਸੋ ਧਨ ਵਾਨਨ ਕੇ ਨਾਮ ਮਾਤਰ ਕਾਨਨ ਮੈਂ, ਜਾਹੇ ਮਹਾ ਕਾਨਨ ਮੈਂ ਕਬੂ ਨਾਹੇ ਭਰੇ ਹੈ। ਇਹੋ ਜਿਹੇ ਹੰਕਾਰੀ ਧਨਵਾਨਾਂ ਦੇ ਨਾਮ ਵੀ ਨਾ ਕੰਨਾਂ 'ਚ ਪੈਣ, ਨਾਮ ਮਾਤਰ ਵੀ ਇਹਨਾਂ ਦੇ ਨਾਂ ਸੁਣ ਕੇ ਵੀ ਬੰਦੇ ਦਾ ਮਨ ਵਿਕਾਰੀ ਹੁੰਦਾ। ਕਹਿੰਦੇ ਇਹਨਾਂ ਮਾਇਆਧਾਰੀ ਅੰਨੇ ਬੋਲਿਆਂ ਦੇ ਨਾਮ ਮਾਤਰ ਕਾਨਨ ਮੈਂ, ਜਹਾਂ ਮਹਾ ਕਾਨਨ ਮੈਂ। ਜਿਹੜੇ ਕਾਨਨ ਮੈਂ ਨੇ ਜੰਗਲ। ਪਹਿਲੇ ਕਾਨਨ ਦਾ ਅਰਥ ਕੰਨ ਹੈ ਤੇ ਦੂਸਰੇ ਕਾਨਨ ਦਾ ਅਰਥ ਜੰਗਲ ਹੈ। ਕਹਿੰਦੇ ਜਾਂ ਨਾਮ ਮਾਤਰ ਕਾਨਨ ਮੈਂ, ਜਾਹੇ ਮਹਾ ਕਾਨਨ ਮੈਂ। ਇਹੋ ਜਿਹੇ ਜੰਗਲ ਵਿੱਚ ਚਲੇ ਜਾਈਏ ਜਿੱਥੇ ਕੰਨਾਂ ਵਿੱਚ ਕਦੀ ਵੀ ਆਵਾਜ਼ ਨਾ, ਕਬੂ ਨਾਹੇ ਪਰੇ ਹੈ। ਜਿਸ ਜੰਗਲ ਵਿੱਚ ਜਾ ਕੇ ਮੂਰਖਾਂ ਦੇ ਨਾਂ ਵੀ ਨਹੀਂ ਸੁਣਨ ਨੂੰ ਮਿਲਣੇ, ਉਹਨਾਂ ਦੀ ਗੱਲ ਤਾਂ ਫਿਰ ਕੀ ਸੁਣਨੀ ਹੈ। ਉੱਥੇ ਮੇਰਾ ਮਨ, ਉੱਥੇ ਉਠੋ ਉਠੋ ਤਾਂ ਮੈਂ ਅਬ, ਉੱਥੇ ਚੱਲੀਏ। ਦੋਹਰਾ ਸ਼ਬਦ ਖਲੋਂ ਕੇ ਨਾਮ ਕੇ ਪਰੇ ਨਾ ਕਰਨ ਮਝਾਰ। ਹੁਣ ਦੋਹਰੇ ਵਿੱਚ ਉਸ ਗੱਲ ਨੂੰ ਹੋਰ ਸਪਸ਼ਟ ਕਰਦੇ ਨੇ। ਕਹਿੰਦੇ ਮੂਰਖਾਂ ਦੇ ਨਾਮ ਵੀ ਕੰਨਾਂ 'ਚ ਨਾ ਪੈਣ। ਐਸੇ ਨਿਰਜਨ ਬਨ ਵਿਖੈ, ਐਸੇ ਨਿਰਜਨ ਬਨ ਵਿਖੈ ਬਸੇ ਬੁੱਧ ਬਰ ਭਾਰ। ਇਹੋ ਜਿਹੇ ਨਿਰਜਨ ਸੁੰਨਸਾਨ ਜੰਗਲ ਵਿੱਚ ਜਾ ਕੇ ਬੁੱਧੀ ਵਾਲੇ ਸ੍ਰੇਸ਼ਟ ਬੰਦੇ ਵਸਦੇ ਨੇ ਤੇ ਉਹ ਆਪਣੇ ਪਰਮੇਸ਼ਰ ਦਾ ਨਾਮ ਜਪਦੇ ਨੇ। ਸਵਈਆ ਸੱਠ ਜਾਹੇ ਪਤਾਲ ਕੋ ਸੂਨ ਕੋ ਲੰਘ ਕੈ, ਸੂਨੋ ਫਿਰੈ ਦਿਗ ਮੰਡਲ ਧਾਵਤ। ਸੱਠ ਕਹਿੰਦੇ ਨੇ ਮੂਰਖ ਨੂੰ। ਮੂਰਖ ਪਤਾਲ ਵਿੱਚ ਜਾਂਦੇ ਨੇ ਤੇ ਪਤਾਲ 'ਚ ਵੀ ਖਾਲੀ, ਆਕਾਸ਼ ਵਿੱਚ ਵੀ ਖਾਲੀ। ਆਕਾਸ਼ ਪਤਾਲ 'ਚ ਘੁੰਮਦੇ ਨੇ। ਸੂਨੋ ਫਿਰੈ, ਫਿਰ ਖਾਲੀ ਦੇ ਖਾਲੀ ਫਿਰਦੇ ਨੇ। ਦਿਸ਼ਾ ਵਿੱਚ ਧਾਂਦੇ ਨੇ, ਕਦੀ ਈਸਟ ਕਦੀ ਵੈਸਟ, ਉੱਤਰ ਦੱਖਣ ਪੂਰਬ ਪੱਛਮ, ਸਾਰੇ ਪਾਸੇ ਦੌੜੇ ਫਿਰਦੇ ਨੇ। ਬਿਨ ਭਾਗ ਮਿਲੈ ਨਾ ਧਨਾਦ ਸੁਖੰ। ਬਿਨਾਂ ਭਾਗਾਂ ਦੇ ਧਨ ਦਾ ਸੁੱਖ ਨਹੀਂ ਮਿਲਦਾ। ਦੌੜੇ ਤਾਂ ਫਿਰਦੇ ਨੇ ਮਾਇਆ ਦੇ ਕਾਰਨ, ਮਾਇਆ ਕਾਰਨ ਤਾਵ ਹੀ ਮੂਰਖ ਲੋਕ ਅਜਾਨ। ਪਰ ਬਿਨਾਂ ਭਾਗਾਂ ਦੇ ਕੌਡੀ ਨਹੀਂ ਮਿਲਦੀ। ਤਬ ਚੰਚਲਤਾ ਦੁਖ ਹੇਤ ਜਨਾਵਤ। ਹੇ ਮੂਰਖ ਜੀਵ, ਹੇ ਮੂਰਖ ਮਨ, ਤੇਰੀ ਚੰਚਲਤਾ ਦੁੱਖਾਂ ਦਾ ਕਾਰਨ ਹੈ। ਜਿਹੜੇ ਤੂੰ ਇੱਧਰ ਉੱਧਰ ਭਟਕ ਰਿਹਾ ਹੈ ਉਹੀ ਤੈਨੂੰ ਦੁੱਖ ਦੇ ਰਹੇ, ਤੇਰੇ ਕਰਮ। ਤਤ ਬ੍ਰਹਮ ਨਿਜਾਤਮ ਸੁਭਰ ਮਨਾ। ਹੇ ਮੇਰੇ ਮਨਾ, ਜੋ ਤਤ ਸਰੂਪ ਆਤਮਾ ਸਾਰਿਆਂ ਦਾ ਅਧਿਸ਼ਟਾਨ ਹੈ, ਆਸਰਾ ਹੈ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ, ਉਸ ਪਰਮਾਤਮਾ ਨੂੰ, ਨਿਜ ਆਤਮਾ ਨੂੰ ਕਦੀ ਸੁਪਨੇ ਵਿੱਚ ਵੀ ਪਰਮ ਸੋਪ ਕਬੀ ਸੁਖ ਹੇਤ ਨਾ ਧਿਆਵਤ। ਉਹਨੂੰ ਭੁੱਲ ਕੇ ਵੀ ਤੂੰ ਕਦੀ ਚੇਤੇ ਨਹੀਂ ਕਰਦਾ। ਆਪਣੀ ਆਤਮਾ ਦਾ ਚਿੰਤਨ ਕਰਕੇ ਸਾਰੇ ਸੁੱਖਾਂ ਦਾ ਮੂਲ ਤਾਂ ਤੇਰੀ ਆਤਮਾ ਹੀ ਹੈ।
ਆਤਮਾ ਪ੍ਰਮਾਤਮਾ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਹਰੈ। ਜਿਹੜਾ ਤੈਨੂੰ ਸੁੱਖ ਦੇਣ ਵਾਲਾ ਅਸਲ ਖਜ਼ਾਨਾ ਹੈ ਆਪਣੀ ਆਤਮਾ, ਉਹ ਤੂੰ ਕਦੇ ਵੀ, ਹੇ ਮੇਰੇ ਮਨਾ, ਉਸ ਸ਼ੁੱਧ ਸਰੂਪ ਨੂੰ ਤੂੰ ਕਦੇ ਵੀ ਨਹੀਂ ਧਿਆਇਆ। ਤਵ ਧੁੰਦ ਜਬੇ ਭਵ ਸਿੰਧ ਤਬੇ, ਤਵ ਸ਼ਾਂਤ ਭਏ ਬਿਨ ਸ਼ਾਂਤ ਨ ਆਵਤ। ਤਵ ਧੁੰਦ ਜਬੇ, ਹੇ ਮੇਰੇ ਮਨ, ਜਦੋਂ ਤੂੰ ਦੁਬਿਧਾ ਵਿੱਚ ਹੈ, ਜਿੰਨਾ ਚਿਰ ਮਨ ਦੁਬਿਧਾ ਵਿੱਚ ਹੈ, ਦੁਬਿਧਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਜਿੰਨਾ ਚਿਰ ਤੂੰ ਦੁਬਿਧਾ ਵਿੱਚ ਹੈ, ਭਵ ਸਿੰਧ ਤਬੈ, ਓਨਾ ਚਿਰ ਇਹ ਸੰਸਾਰ ਸਾਗਰ ਤੈਨੂੰ ਵਿਆਪੇਗਾ, ਓਨਾ ਚਿਰ ਇਹ ਸੰਸਾਰ ਤੈਨੂੰ ਦੁੱਖ ਦੇਵੇਗਾ, ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹੇਗਾ। ਤਬ ਸ਼ਾਂਤ ਭਏ ਬਿਨ, ਤੈਨੂੰ ਆਪਣੇ ਆਪ ਸ਼ਾਂਤ ਹੋਣਾ ਪੈਣਾ ਹੈ। ਜਿੰਨਾ ਚਿਰ ਤੂੰ ਆਪ ਸ਼ਾਂਤ ਨਹੀਂ ਹੁੰਦਾ, ਸ਼ਾਂਤ ਨਾ ਆਵਤ, ਉਹਨਾਂ ਚਿਰ ਤੈਨੂੰ ਸ਼ਾਂਤੀ ਆ ਨਹੀਂ ਸਕਦੀ। ਸੋ ਸ਼ਾਂਤੀ ਕਿਤੋਂ ਬਾਹਰੋਂ ਲੈਣ ਨਹੀਂ ਜਾਣੀ, ਸ਼ਾਂਤੀ ਤੇਰੇ ਆਪਣੇ ਅੰਦਰ ਹੀ ਹੈ। ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਹੀ ਸ਼ਾਂਤ ਕਰ ਲੈ ਤੇ ਤੂੰ ਸ਼ਾਂਤ ਹੋ ਜਾਏਗਾ। ਚੌਪਈ ਮੂੜ ਕਰੇ ਪਾਤਾਲ ਪ੍ਰਵੇਸ਼ਾ, ਮੂਰਖ ਬੰਦਾ ਪਤਾਲ ਵਿੱਚ ਪ੍ਰਵੇਸ਼ ਕਰਦਾ, ਧਰਤੀ ਪੁੱਟ ਪੁੱਟ ਕੇ ਥੱਲੇ ਜਾਂਦਾ। ਦੇਖਿਓ ਚਾਹੇ ਦੇਸ਼ ਫਣੇਸ਼ਾ, ਉਹ ਥੱਲੇ ਕਿਉਂ ਜਾਂਦਾ ਪਤਾਲ ਵਿੱਚ? ਕਹਿੰਦਾ ਮੈਂ ਸ਼ੇਸ਼ਨਾਗ ਦਾ ਦੇਸ਼ ਵੇਖਣਾ। ਫਣੇਸ਼ਾ, ਜੋ ਫਣਾਂ ਵਾਲਾ, 1,000 ਫਣ ਨੇ, 2,000 ਉਹਦੀਆਂ ਜੀਭਾਂ ਨੇ, ਕਿਉਂਕਿ ਸੱਪ ਦੀ ਇੱਕ ਫਣ 'ਚ 2 ਜੀਭਾਂ ਹੁੰਦੀਆਂ, ਦੇਖਣ ਨੂੰ ਮਿਲਦੀਆਂ। ਅਤੇ ਜੇ 1,000 ਫਣ ਹੋਣਗੇ, ਉਹਦੇ 2,000 ਜੀਭਾਂ ਹੋਣਗੀਆਂ। 10ਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ, ਸੇਖ ਨਾਗ ਸਿਰ ਸਹਿਸ ਬਣਾਈ, ਦਵੈਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਕਹਿੰਦੇ ਉੱਥੇ ਪਤਾਲ ਵਿੱਚ ਜਾ ਕੇ ਸ਼ੇਸ਼ਨਾਗ ਦਾ ਦੇਸ਼ ਵੇਖਣਾ ਚਾਹੁੰਦੇ। ਵਿਸ਼ਨ ਸਹੰਸਰ ਨਾਮ ਨਵਤਨ ਕੋ, ਕਹਿੰਦੇ ਉੱਥੇ ਭਗਵਾਨ ਵਿਸ਼ਨੂੰ ਦੇ ਹਜ਼ਾਰਾਂ ਨਾਮ ਨਵੇਂ ਨਵੇਂ, ਜਿਹੜੇ ਇੱਕ ਵਾਰੀ ਸ਼ੇਸ਼ਨਾਗ ਅੱਜ ਨਾਂ ਲੈ ਬੈਠਾ ਪ੍ਰਮਾਤਮਾ ਦੇ, ਮੁੜ ਕੇ ਨਹੀਂ ਲੈਣੇ, ਕੱਲ੍ਹ ਨੂੰ ਨਵੇਂ ਨਾਂ ਲੈਂਦਾ ਹੈ। ਭਾਖੈ ਸੋਪ ਪਿਖੋਂ ਤਾਂ ਧਨ ਕੋ, ਕਹਿੰਦੇ ਭਾਖੈ ਸ਼ੇਖ ਪਿਖੋਂ ਤਾਂ ਧਨ ਕੋ। ਸ਼ੇਸ਼ਨਾਗ ਜਿਹੜੇ ਪਤਾਲ ਵਿੱਚ ਰਹਿ ਕੇ ਭਗਵਾਨ ਦੇ ਨਿਤ ਨਵੇਂ ਨਾਮ ਲੈਂਦਾ, ਮੈਂ ਉਹ ਸ਼ੇਸ਼ਨਾਗ ਦਾ ਸਰੀਰ ਵੇਖਣਾ ਜਾ ਕੇ। ਇਸ ਕਰਕੇ ਮੂਰਖ ਪਤਾਲ ਵਿੱਚ ਪ੍ਰਵੇਸ਼ ਕਰਦਾ। ਫਨਸ ਹੰਸਰ ਪਰ ਮਣ ਅਵਿਤੰਸਾ, ਉੱਥੇ ਉਹ ਕਿਉਂ ਜਾਂਦਾ? ਕਹਿੰਦਾ ਵੀ ਸ਼ੇਸ਼ਨਾਗ ਦੇ ਹਜ਼ਾਰਾਂ ਫਣ ਨੇ ਜਿਹੜੇ, ਉਹਦੇ ਉੱਤੇ ਮਣੀਆਂ ਲੱਗੀਆਂ ਹੋਈਆਂ ਨੇ, ਬੜੀਆਂ ਸੁੰਦਰ, ਬੜੀਆਂ ਪ੍ਰਕਾਸ਼ ਕਰਨ ਵਾਲੀਆਂ ਅਤੇ ਸੁੰਦਰ ਮਣੀਆਂ ਜਿਹੜੀਆਂ ਨੇ ਉਹਦੇ ਸਿਰ 'ਤੇ ਚਮਕ ਰਹੀਆਂ ਨੇ। ਪਾਸੈ ਤਮ ਤਵੰਸਕ ਸਮ ਹੰਸਾ, ਸਮ ਹੰਸਾ ਕਹਿੰਦੇ ਸੂਰਜ ਵਰਗਾ, ਹੰਸ ਨਾਮ ਸੂਰਜ ਦਾ ਹੈ। ਜਿਵੇਂ ਕਹਿੰਦੇ ਸੂਰਜ ਚਮਕਦਾ ਹੈ, ਇਸ ਤਰ੍ਹਾਂ ਉਹ ਮਣੀਆਂ ਚਮਕਦੀਆਂ ਨੇ, ਭਾਸਦੀਆਂ ਨੇ। ਤਮ ਧਵੰਸਕ ਭਾਵ ਹਨੇਰੇ ਨੂੰ ਦੂਰ ਕਰਦੀਆਂ ਨੇ। ਜਿਵੇਂ ਹਨੇਰੇ ਨੂੰ ਸੂਰਜ ਦੂਰ ਕਰਦਾ, ਐਵੇਂ ਉਹ ਮਣੀਆਂ ਵੀ ਕਹਿੰਦੇ ਚਮਕਦੀਆਂ ਨੇ ਅਤੇ ਹਨੇਰੇ ਨੂੰ ਦੂਰ ਕਰਦੀਆਂ ਨੇ। ਲਿਆਵੋ ਕਿਵੇਂ ਏਕ ਮਣ ਹਰ ਕੇ, ਕਿਵੇਂ ਨਾ ਕਿਵੇਂ ਮੈਂ ਯਤਨ ਕਰਕੇ ਇੱਕ ਮਣੀ ਉਹਨਾਂ 'ਚੋਂ ਚੋਰੀ ਕਰਕੇ ਲਿਆਵਾਂਗਾ। ਨਾਸੇ ਸਭ ਕਲੇਸ਼ ਤਬ ਕਰਕੇ, ਤਾਂ ਮੇਰੇ ਘਰ ਦੇ ਸਾਰੇ ਕਲੇਸ਼ ਜਿਹੜੇ ਨੇ ਉਹ ਨਸ ਜਾਣਗੇ। ਜਦੋਂ ਇੱਕ ਮਣੀ ਲੈ ਆਵਾਂਗਾ, ਮਣੀ ਮੇਰੇ ਕੋਲ ਹੋਵੇਗੀ, ਫਿਰ ਮੇਰੇ ਕੋਲ ਸੋਨਾ ਚਾਂਦੀ ਹੀਰੇ ਮੋਤੀ ਧਨ ਦੌਲਤ ਦੇ ਅੰਬਾਰ ਲੱਗ ਜਾਣਗੇ, ਮਾਲਾ ਮਾਲ ਹੋ ਜਾਵਾਂਗਾ। ਇੱਦਾਂ ਸੋਚ ਕੇ ਪਤਾਲ ਵਿੱਚ ਜਾਂਦਾ, ਪਰ ਉੱਥੋਂ ਫਿਰ ਖਾਲੀ ਆਉਂਦਾ। ਤਹਿ ਤੇ ਮੂੜ ਸੂਨ ਮੁੜ ਆਵੇ, ਪਰ ਜਦੋਂ ਉਹ ਇਹ ਫੁਰਨੇ ਕਰਕੇ ਉੱਥੇ ਜਾਂਦਾ ਅਤੇ ਫਿਰ ਡਰ ਜਾਂਦਾ ਵੀ ਸ਼ੇਸ਼ਨਾਗ ਮੈਨੂੰ ਖਾ ਨਾ ਜਾਵੇ, ਕਿਉਂਕਿ ਸ਼ੇਸ਼ਨਾਗ ਨੇ ਫੁੰਕਾਰਾ ਮਾਰ ਕੇ ਉਡਾ ਦੇਣਾ। ਉੱਥੋਂ ਫਿਰ ਖਾਲੀ ਮੁੜ ਕੇ ਆ ਜਾਂਦਾ। ਪੁਨः ਆਕਾਸ਼ ਕੋ ਲਾਂਘ ਸਿਧਾਵੈ, ਫਿਰ ਆਕਾਸ਼ ਵੱਲ ਉਹਦਾ ਨੂੰ ਜਾਂਦਾ। ਸੁਰਪਤ ਲੋਕ ਵਿਲੋਕਣ ਕਾਰਨ, ਸਵਰਗਾਂ ਵਿੱਚ ਕਹਿੰਦਾ ਇੰਦਰ ਦੀ ਪੂਰੀ ਵੇਖਣ ਵਾਸਤੇ। ਸੁਰਪਤ ਸੁਰ ਨਾਮ ਹੈ ਦੇਵਤਿਆਂ ਦਾ, ਪਤੀ ਨਾਮ ਹੈ ਇੰਦਰ ਦਾ, ਜੋ ਦੇਵਤਿਆਂ ਦਾ ਪਤੀ ਇੰਦਰ ਹੈ, ਉਹਦੇ ਲੋਕ ਨੂੰ ਵੇਖਣ ਕਾਰਨ। ਸੁਧਾ ਤੁੜਾਗ ਕਲਪ ਤਰੁਵਾਰਣ, ਕਹਿੰਦੇ ਉੱਥੇ ਇੰਦਰ ਦੇ ਕੋਲ ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਕੁੰਡ ਹੈ। ਜਦੋਂ ਦੇਵੀ ਦੇਵਤਿਆਂ ਨੇ ਸਮੁੰਦਰ ਰੜਕਿਆ ਸੀ, ਦੇਵਤਿਆਂ ਦੇ ਦੈਂਤਾਂ ਨੇ, ਉਹਦੇ 'ਚੋਂ ਅੰਮ੍ਰਿਤ ਵੀ ਨਿਕਲਿਆ ਸੀ, ਉਹ ਦੇਵਤਿਆਂ ਦੇ ਹਿੱਸੇ ਆ ਗਿਆ ਸੀ। ਉਹਨਾਂ ਨੇ ਸਵਰਗ ਵਿੱਚ ਅੰਮ੍ਰਿਤ ਕੁੰਡ ਵਿੱਚ ਕਹਿੰਦੇ ਅੰਮ੍ਰਿਤ ਰੱਖਿਆ ਹੋਇਆ।
ਉਹ ਜਾ ਕੇ ਵੇਖਾਂਗਾ। ਫਿਰ ਉੱਥੇ ਕਲਪ ਬਿਰਛ ਹੈ, ਉਹਦੇ ਕੋਲ ਜਿਹੜੀ ਵੀ ਇੱਛਾ ਹੁੰਦੀ ਕਰੀਏ ਉਹ ਪੂਰੀ ਹੋ ਜਾਂਦੀ ਹੈ। ਫਿਰ ਉਸ ਕਲਪ ਬਿਰਛ ਨੂੰ ਮੈਂ ਜਾ ਕੇ ਦਰਸ਼ਨ ਕਰਾਂਗਾ, ਉੱਥੋਂ ਮੈਂ ਆਪਣੀ ਇੱਛਾਵਾਂ ਪੂਰੀਆਂ ਕਰਾਂਗਾ। ਵਾਰਨ ਕਹਿੰਦੇ ਨੇ ਚਿੱਟੇ ਰੰਗ ਦਾ ਹਾਥੀ ਹੈ, ਜਿਸ ਨੂੰ ਐਰਾਪਤੀ ਹਾਥੀ ਕਹਿੰਦੇ ਨੇ, ਐਰਾਵਤ। ਉਹ ਐਰਾਵਤ ਹਾਥੀ ਨੂੰ ਵੇਖਣ ਵਾਸਤੇ ਵੀ ਬੰਦਾ ਕਹਿੰਦਾ ਮੈਂ ਹੁਣ ਸਵਰਗਾਂ ਨੂੰ ਚੱਲਿਆ। ਪਹਿਲਾਂ ਤਾਂ ਪਤਾਲ ਗਿਆ ਸੀ, ਪਤਾਲ ਸ਼ੇਸ਼ਨਾਗ ਤੋਂ ਡਰ ਕੇ ਵਾਪਸ ਆ ਗਿਆ। ਹੁਣ ਇੰਦਰ ਦੀ ਪੁਰੀ ਨੂੰ ਤੁਰ ਪਿਆ ਵੀ ਉੱਥੇ ਜਾ ਕੇ ਇੱਕ ਤਾਂ ਮੈਂ ਅੰਮ੍ਰਿਤ ਕੁੰਡ ਵੇਖਾਂਗਾ, ਇੱਕ ਉੱਥੇ ਕਲਪ ਬਿਰਛ ਦੇ ਦਰਸ਼ਨ ਕਰਾਂਗਾ, ਇੱਕ ਐਰਾਵਤ ਹਾਥੀ ਨੂੰ ਵੇਖਾਂਗਾ। ਸੁਰਭੀ ਨੰਦਨ ਬਨ ਉਪਬਨ ਕੋ, ਉੱਥੇ ਜਿਹੜੀ ਕਾਮਧੇਨ ਗਊ ਹੈ ਸੁਰਭੀ, ਅਤੇ ਫਿਰ ਨੰਦਨ ਬਨ ਹੈ ਉੱਥੇ, ਅਤੇ ਬਾਗ ਹੈ ਉਪਬਨ ਬੜੇ ਸੋਹਣੇ ਸੋਹਣੇ ਐਰਾਵਤੀ ਬਾਗ ਹੈ। ਉੱਥੇ ਜਿੰਨੇ ਵੀ ਉਹ ਬਾਗਾਂ ਦੇ ਮੈਂ ਦਰਸ਼ਨ ਕਰਾਂਗਾ। ਦਰਸ਼ਨ ਸੁਰਨ ਸਹਿਤ ਬਾਹਨ ਕੋ, ਦਰਸ਼ਨ ਵੇਖਾਂਗਾ ਸੁਰਨ ਸਹਿਤ ਬਾਹਨ ਕੋ, ਦੇਵਤਿਆਂ ਸਮੇਤ ਬਾਹਨ ਨੂੰ ਵੇਖਾਂਗਾ, ਭਾਵ ਦੇਵਤੇ ਵੀ ਦੇਖਾਂਗਾ। ਫਿਰ ਦੇਵਤਿਆਂ ਦੀਆਂ ਜਿਹੜੀਆਂ ਸਵਾਰੀਆਂ ਹਨ ਵੱਖਰੀਆਂ ਵੱਖਰੀਆਂ, ਵਿਸ਼ਨੂੰ ਦੀ ਗਰੜ ਸਵਾਰੀ ਹੈ, ਅਤੇ ਬ੍ਰਹਮਾ ਦੀ ਹੰਸ ਹੈ, ਸ਼ਿਵ ਜੀ ਦੀ ਬੈਲ ਹੈ। ਇਸੇ ਤਰ੍ਹਾਂ ਜਿਹੜੇ ਦੇਵੀ ਦੇਵਤਿਆਂ ਦੇ ਵੱਖਰੇ ਵੱਖਰੇ ਵਧੀਆ ਵਧੀਆ ਵਿਮਾਨ ਹਨ, ਜਹਾਜ਼ ਹਨ, ਉੱਡਣ ਖਟੋਲੇ ਹਨ, ਉਹ ਵੇਖਾਂਗਾ। ਬੈਸ ਪਾਕ ਸ਼ਾਸਨ ਸਿੰਘਾਸਨ, ਬਹਿ ਕੇ, ਬੈਸ ਮੈਨੇ ਬਹਿ ਕੇ, ਪਾਕ ਸ਼ਾਸਨ ਇੰਦਰ, ਇੰਦਰ ਜਿਹੜਾ ਸਿੰਘਾਸਣ 'ਤੇ ਬਹਿ ਕੇ, ਕਰਹਿ ਕਵਨ ਬਿਦ ਬੁੱਧ ਹੈ ਸ਼ਾਸਨ, ਕਹਿੰਦੇ ਫਿਰ ਵੇਖਾਂਗਾ ਵੀ ਉਹ ਆਪਣੇ ਸਿੰਘਾਸਣ 'ਤੇ ਬਹਿ ਕੇ ਦੇਵਤਿਆਂ ਉੱਤੇ ਕਿਵੇਂ ਸ਼ਾਸਨ ਕਰਦਾ ਹੈ, ਭਾਵ ਹੁਕਮ ਕਿਵੇਂ ਚਲਾਉਂਦਾ ਹੈ, ਕਿਵੇਂ ਉਹਨਾਂ ਦੇਵਤਿਆਂ ਨੂੰ ਆਪਣੇ ਕੰਟਰੋਲ 'ਚ ਰੱਖਦਾ ਹੈ, ਦੇਵਤੇ ਕਿਵੇਂ ਉਹਦਾ ਹੁਕਮ ਮੰਨਦੇ ਨੇ। ਜੇ ਕੋਈ ਦੇਵਤਾ ਗਲਤੀ ਕਰੇ ਤਾਂ ਇੰਦਰ ਉਹਨੂੰ ਕਿਵੇਂ ਤਾੜਨਾ ਕਰਦਾ। ਉਹ ਸਾਰੀਆਂ ਚੀਜ਼ਾਂ ਮੈਂ ਸਵਰਗਾਂ ਜਾ ਕੇ ਦੇਖਾਂਗਾ। ਕਿਵੇਂ ਪ੍ਰੇਮ ਸਹਿਤ ਪਰਚੋਂ ਜਬ, ਕਈ ਜਗ੍ਹਾ 'ਤੇ ਪਾਠ, ਕਿਵੇਂ ਪ੍ਰੇਮ ਸਹਿਤ ਪਰਚੋਂ ਜਬ, ਕਿਵੇਂ ਪਰੇ ਮਮ ਤੇ ਪਰਚੋ ਜਬ, ਅਰਥ ਇੱਕੋ ਹੀ ਹੈ। ਕਿਵੇਂ ਵੀ ਉੱਥੇ ਕਿਵੇਂ ਪਰੇ ਮਮ ਹਿਤ ਪਰਚੋ, ਮਮ ਤੇ ਪਰਚੋ ਜਬ, ਇਹ ਪਾਠ ਜ਼ਿਆਦਾ ਵਧੀਆ ਹੈ। ਕਿਵੇਂ ਪਰੇ ਮਮ ਤੇ ਪਰਚੋ ਜਬ, ਕਿਵੇਂ ਵੀ ਕਿਸੇ ਤਰੀਕੇ ਵੀ ਮੇਰਾ ਉੱਥੇ ਪਰਚਾ ਪੈ ਜੇ, ਜਾਣ ਪਛਾਣ ਹੋ ਜੇ ਦੇਵਤਿਆਂ ਦੇ ਨਾਲ, ਇੰਦਰ ਦੇ ਨਾਲ, ਮੈਂ ਉੱਥੇ ਆਪਣੀ ਜਾਣ ਪਛਾਣ ਬਣਾਵਾਂਗਾ। ਨਿਜ ਗ੍ਰਹਿ ਪਠੋਂ ਦਿਵਯ ਭੋਗ ਤਬ, ਫਿਰ ਜਦੋਂ ਇੰਦਰ ਨਾਲ ਮੇਰੀ ਜਾਣ ਪਛਾਣ ਬਣ ਜਾਏਗੀ, ਇੰਦਰ ਕੋਲੋਂ ਮੈਨੂੰ ਬੜਾ ਕੁਛ ਮਿਲੇਗਾ। ਉਹ ਫਿਰ ਮੈਂ ਉੱਥੋਂ ਇੰਦਰ ਦੇ ਕੋਲੋਂ ਸਵਰਗਾਂ ਵਿੱਚੋਂ ਆਪਣੇ ਘਰ ਬੜਾ ਕੁਛ ਭੇਜਾਂਗਾ। ਇਤ ਰੀਤੋ ਉਤ ਰੀਤੋ ਆਵੈ, ਉਹ ਕਹਿੰਦੇ ਫਿਰ ਇੱਧਰ ਵੀ ਖਾਲੀ ਰਹਿੰਦਾ, ਭਾਵ ਪਤਾਲ ਵੱਲੋਂ ਵੀ ਖਾਲੀ ਆਇਆ ਸੀ, ਅਤੇ ਉੱਧਰੋਂ ਸਵਰਗਾਂ ਵੱਲੋਂ ਵੀ ਖਾਲੀ ਆਉਂਦਾ ਹੈ। ਪੁਨ ਦਿਗ ਮੰਡਲ ਕੋ ਉਠ ਧਾਵੈ, ਅਤੇ ਫਿਰ ਜਦੋਂ ਨਾ ਪਤਾਲ 'ਚੋਂ ਕੁਛ ਮਿਲਿਆ ਨਾ ਸਵਰਗ 'ਚੋਂ ਮਿਲਿਆ, ਫਿਰ ਧਰਤੀ ਦੀਆਂ ਜਿਹੜੀਆਂ ਦਿਸ਼ਾ ਨੇ ਉੱਤਰ ਦੱਖਣ ਪੂਰਬ ਪੱਛਮ, ਉੱਧਰ ਦੌੜਦਾ। ਦੁਰਗਮ ਵਿਖਮ ਅਦਰਸੀ ਠੌਰੈ, ਦੁਰਗਮ ਜਿੱਥੇ ਜਾਣਾ ਔਖਾ ਹੈ, ਉੱਚੀਆਂ ਨੀਵੀਆਂ ਪਹਾੜੀ ਥਾਵਾਂ ਨੇ, ਜੰਗਲ ਨੇ, ਦੇਸ਼ ਨੇ, ਪ੍ਰਦੇਸ਼ ਨੇ, ਜਿਹੜੀਆਂ ਨਹੀਂ ਦੇਖੀਆਂ, ਅਦਰਸ਼ੀ ਭਾਵ ਜਿਹੜੇ ਦੇਸ਼, ਜਿਹੜੇ ਸ਼ਹਿਰ, ਜਿਹੜੀਆਂ ਧਰਤੀਆਂ ਨਹੀਂ ਵੇਖੀਆਂ। ਦਰਬ ਨਮਿਤ ਨਿਰੰਤਰ ਦੌੜੈ, ਪੈਸੇ ਦੇ ਵਾਸਤੇ ਨਿਰੰਤਰ ਬੰਦਾ ਉੱਧਰ ਦੌੜਦਾ। ਚਿੱਤ ਚਪਲਤਾ ਕਰ ਅਹਿ ਨਿਸਮੈ, ਆਪਣੇ ਮਨ ਦੀ ਚੰਚਲਤਾ ਕਰਕੇ ਦਿਨ ਰਾਤ ਵਿੱਚ ਭਟਕਿਆ ਬਿਅਰਥ ਕਹਾਂ 10 ਦਿਸ ਮੈਂ, ਇਸ ਤਰ੍ਹਾਂ ਇਹ ਕਦੀ ਕਿੱਧਰ ਕਦੀ ਕਿੱਧਰ, ਇਹ ਦਿਨ ਰਾਤ ਭਟਕਦਾ ਰਹਿੰਦਾ, 10 ਦਿਸ਼ਾਂ ਵਿੱਚ ਭਟਕਦਾ ਰਹਿੰਦਾ ਹੈ। ਤਤ ਨਿਰਮਲ ਬ੍ਰਹਮਾਤਮ ਰੂਪਾ, ਉਹ ਜਿਹੜਾ ਨਿਰਮਲ ਸ਼ੁੱਧ ਸਰੂਪ ਹੈ, ਆਤਮਾ ਬ੍ਰਹਮਾਤਮਾ ਰੂਪ ਹੈ, ਜਿਹਦੇ ਵਿੱਚ ਮਾਇਆ ਦੀ, ਰਾਗ ਦਵੇਸ਼ ਦੀ, ਕੋਈ ਸੰਸ਼ੇ ਵਿਪਰਜੇ ਦੀ ਕੋਈ ਮੈਲ ਹੀ ਨਹੀਂ ਹੈ। ਸ਼ੁੱਧ ਸਾਖੀ ਸ਼ੁੱਧ ਅਸੰਗ ਅਨੂਪਾ, ਜਿਹੜਾ ਸਾਰਿਆਂ ਦਾ ਵਿਟਨੈਸ ਹੈ, ਸਾਖੀ ਗਵਾਹ ਹੈ, ਸਾਰਿਆਂ ਨੂੰ ਦੇਖ ਰਿਹਾ ਹੈ। ਸ਼ੁੱਧ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਅਸੰਗ ਮਾਇਆ ਦੇ ਸੰਗ ਤੋਂ ਰਹਿਤ ਹੈ, ਅਨੂਪਾ ਉਪਮਾ ਤੋਂ ਰਹਿਤ ਹੈ। ਭਰਮ ਕਰ ਵੀ ਕਬਹੂ ਕਹੂੰ ਰੀਤੇ, ਭਰਮ ਕਰਕੇ ਵੀ ਕਦੀ ਕਿਸੇ ਤਰੀਕੇ ਨਾਲ ਨਹਿ ਸਿਮਰਸ ਨਿਜ ਬ੍ਰਹਮ ਅਪੀਤੇ, ਕਦੀ ਉਹਨੂੰ ਭੁੱਲ ਕੇ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਨਹਿ ਸਿਮਰਸ, ਉਹਨੂੰ ਸਿਮਰਦਾ ਨਹੀਂ, ਆਪਣੇ ਆਤਮਾ ਨੂੰ, ਆਪਣੇ ਬ੍ਰਹਮ ਨੂੰ, ਜਿਹੜਾ ਆਪਣਾ ਅਸਲੀ ਰੂਪ ਹੈ,
ਉਸ ਨੂੰ ਛੱਡ ਕੇ ਤੇ ਬਾਹਰ ਭਟਕਦਾ ਰਹਿੰਦਾ। ਅਭੀਤੇ ਯਾਨੀ ਜਿਸ ਨੂੰ ਜਪ ਕੇ ਡਰ ਭਉ ਖਤਮ ਹੋ ਜਾਂਦਾ, ਉਹਨੂੰ ਕਦੀ ਇਹਨੇ ਚੇਤੇ ਨਹੀਂ ਕੀਤਾ। ਵਿਅਸ਼ਟੀ ਸਮਸ਼ਟੀ ਉਪਾਦ ਭੇਦ ਕਰ, ਜੋ ਵਿਅਸ਼ਟੀ ਤੇ ਸਮਸ਼ਟੀ ਉਪਾਧੀਆਂ ਦੇ ਭੇਦ ਕਰਕੇ। ਵਿਅਸ਼ਟੀ ਹੁੰਦਾ ਇੱਕ ਵਿਅਕਤੀ, ਇੱਕ ਵਸਤੂ, ਸਮਸ਼ਟੀ ਹੁੰਦਾ ਸਾਰਾ। ਜਿਵੇਂ ਇੱਕ ਦਰਖਤ ਵਿਅਸ਼ਟੀ ਹੈ ਪਰ ਸਾਰਾ ਜੰਗਲ ਸਮਸ਼ਟੀ ਹੈ। ਇੱਕ ਭੇਡ ਵਿਅਸ਼ਟੀ ਹੈ, ਸਾਰਾ ਇੱਜੜ ਸਮਸ਼ਟੀ ਹੈ। ਇੱਕ ਬੰਦਾ ਵਿਅਸ਼ਟੀ ਹੈ, ਸਾਰਾ ਸਮਾਜ ਸਮਸ਼ਟੀ ਹੈ। ਇਸ ਤਰ੍ਹਾਂ ਕਹਿੰਦੇ ਵਿਅਸ਼ਟੀ ਔਰ ਸਮਸ਼ਟੀ ਉਪਾਧੀਆਂ ਦੇ ਭੇਦ ਕਰਕੇ ਜੀਵ ਈਸ਼ਵਰ ਕਾ ਦੁਵਿਧਾ ਭਿਦਾ ਪਰ। ਕਹਿੰਦੇ ਜੀਵ ਔਰ ਈਸ਼ਵਰ ਦਾ ਦੋ ਪ੍ਰਕਾਰ ਦਾ ਭੇਦ ਪਿਆ ਹੋਇਆ, ਯਾਨੀ ਕਿ ਸਮਸ਼ਟੀ ਰੂਪ ਵਿੱਚ ਈਸ਼ਵਰ ਸਰਵ ਵਿਆਪਕ ਹੈ, ਵਿਅਸ਼ਟੀ ਕਰਕੇ ਜੀਵ ਹੈ। ਇਹ ਜੀਵ ਈਸ਼ਵਰ ਦਾ ਭੇਦ ਸਮਸ਼ਟੀ ਵਿਅਸ਼ਟੀ ਉਪਾਧੀਆਂ ਕਰਕੇ ਹੀ ਪਿਆ ਹੋਇਆ। ਜੇ ਉਪਾਧੀ ਕੱਢ ਦਈਏ ਫਿਰ ਜੀਵ ਈਸ਼ਮਾ ਭੇਦ ਨਾ ਲਈਏ। ਸ਼ਾਸਤਰ ਸਿਮਰਤ ਭੀਤਰੇ ਮਕਈ ਹੈ। ਫਿਰ ਮਾਰੇ ਕਹਿੰਦੇ ਜੀਵ ਈਸ਼ਵਰ ਇੱਕੋ ਹੀ ਹੈ, ਪਰ ਉਪਾਧੀ ਕਰਕੇ, ਕਿਉਂਕਿ ਜੀਵ ਦੀ ਵਿਅਸ਼ਟੀ ਉਪਾਧੀ ਹੈ, ਈਸ਼ਵਰ ਦੀ ਸਮਸ਼ਟੀ ਉਪਾਧੀ ਹੈ। ਉਹ ਸਰਬੱਤਰ ਵਿਆਪਕ ਹੈ, ਜੀਵ ਥੋੜ੍ਹੀ ਥਾਂ 'ਤੇ ਪ੍ਰਛਿੰਨ ਹੈ। ਇੱਕ ਵਿਆਪਕ ਹੁੰਦਾ, ਇੱਕ ਪ੍ਰਛਿੰਨ ਹੁੰਦਾ। ਵਿਆਪਕ ਹੁੰਦਾ ਜਿਹੜਾ ਸਾਰੇ ਪਾਸੇ ਹੋਵੇ, ਪ੍ਰਛਿੰਨ ਜਿਹੜਾ ਥੋੜ੍ਹੀ ਥਾਂ 'ਤੇ ਹੋਵੇ। ਔਰ ਜਿਵੇਂ ਇੱਕ ਕਮਰੇ ਨਾਲੋਂ ਮੰਜਾ ਜਿਹੜਾ ਉਹ ਪ੍ਰਛਿੰਨ ਹੁੰਦਾ ਅਤੇ ਮੰਜੇ ਨਾਲੋਂ ਕਮਰਾ ਵਿਆਪਕ ਹੁੰਦਾ। ਕਮਰੇ ਨਾਲੋਂ ਸਾਰਾ ਘਰ ਵਿਆਪਕ ਹੁੰਦਾ ਅਤੇ ਉਹ ਕਮਰਾ ਪ੍ਰਛਿੰਨ ਹੁੰਦਾ। ਅਤੇ ਘਰ ਨਾਲੋਂ ਸਾਰਾ ਪਿੰਡ ਵਿਆਪਕ ਹੁੰਦਾ ਅਤੇ ਘਰ ਜਿਹੜਾ ਉਹ ਪ੍ਰਛਿੰਨ ਹੁੰਦਾ। ਪਿੰਡ ਨਾਲੋਂ ਪੂਰਾ ਜ਼ਿਲ੍ਹਾ ਜਿਹੜਾ ਹੈ ਜਾਂ ਪੂਰਾ ਇਲਾਕਾ ਜਿਹੜਾ ਹੈ ਉਹ ਵਿਆਪਕ ਹੁੰਦਾ ਅਤੇ ਪਿੰਡ ਪ੍ਰਛਿੰਨ ਹੁੰਦਾ। ਜ਼ਿਲ੍ਹੇ ਨਾਲੋਂ ਸਟੇਟ ਜਿਹੜੀ ਹੈ ਉਹ ਵਿਆਪਕ ਹੁੰਦੀ ਹੈ ਅਤੇ ਜ਼ਿਲ੍ਹਾ ਪ੍ਰਛਿੰਨ ਹੁੰਦਾ। ਸਟੇਟ ਨਾਲੋਂ ਪੂਰਾ ਮੁਲਕ ਵਿਆਪਕ ਹੁੰਦਾ ਅਤੇ ਉਹ ਸਟੇਟ ਉਹਦੇ ਸਾਹਮਣੇ ਪ੍ਰਛਿੰਨ ਹੁੰਦੀ ਹੈ। ਮੁਲਕ ਨਾਲੋਂ ਸਾਰੀ ਧਰਤੀ ਜਿਹੜੀ ਉਹ ਵਿਆਪਕ ਹੈ ਔਰ ਮੁਲਕ ਪ੍ਰਛਿੰਨ ਹੈ। ਧਰਤੀ ਨਾਲੋਂ ਪੂਰਾ ਬ੍ਰਹਮੰਡ ਵਿਆਪਕ ਹੈ ਅਤੇ ਧਰਤੀ ਪ੍ਰਛਿੰਨ ਹੈ। ਪੂਰੇ ਬ੍ਰਹਮੰਡ ਨਾਲੋਂ ਪਰਮੇਸ਼ਰ ਵਿਆਪਕ ਹੈ ਅਤੇ ਬ੍ਰਹਮੰਡ ਉਹਦੇ ਸਾਹਮਣੇ ਪ੍ਰਛਿੰਨ ਹੈ। ਇਸ ਤਰ੍ਹਾਂ ਇਹ ਭੇਦ ਮਹਾਂਪੁਰਸ਼ ਦੱਸਦੇ ਹਨ। ਕਹਿੰਦੇ ਵਿਅਸ਼ਟੀ ਕਾਲ ਔਰ ਸਮਸ਼ਟੀ ਉਪਾਧੀ ਭੇਦ ਕਰਕੇ ਜੀਵ ਈਸ਼ ਦਾ ਦੋ ਪ੍ਰਕਾਰ ਦਾ ਫਰਕ ਪਿਆ ਹੋਇਆ ਹੈ। ਮਾਇਆ ਅਵਿਦਿਆ ਮਿਲ ਮਿਲ ਭਾਸੇ, ਮੁਗਧੋਂ ਕੇ ਉਰ ਮਹਿ ਪ੍ਰਕਾਸ਼ੇ। ਜੀਵ ਦੀ ਉਪਾਧੀ ਅਵਿਦਿਆ ਹੈ, ਈਸ਼ਵਰ ਦੀ ਉਪਾਧੀ ਮਾਇਆ ਹੈ। ਮਾਇਆ ਖੈਂਚ ਕਰੀ ਵਸ ਆਪਣੇ ਵਸ, ਈਸ਼ਵਰ ਹੋਇਆ ਸਰਬੱਗ ਕਹਾਇਓ। ਉਹ ਈਸ਼ਵਰ ਜਿਹੜਾ ਇਸਨੇ ਮਾਇਆ ਆਪਣੇ ਕੰਟਰੋਲ 'ਚ ਕੀਤੀ ਹੋਈ ਹੈ ਅਤੇ ਜੀਵ ਅਵਿਦਿਆ ਦੇ ਵੱਸ ਪਿਆ ਹੋਇਆ ਹੈ। ਜੀਵ ਮੈਂ ਨਹੀਂ ਜਾਣਦਾ, ਇਹ ਅਵਿਦਿਆ ਦਾ ਰੂਪ ਹੈ। ਜਿਵੇਂ ਅਸੀਂ ਕਹਿ ਦਿੰਦੇ ਆਈ ਡੋਂਟ ਨੋ, ਮੈਨੂੰ ਨਹੀਂ ਪਤਾ। ਇਹ ਜੀਵ ਦੀ ਉਪਾਧੀ ਇਹੀ ਹੈ, ਅਗਿਆਨ, ਅਵਿਦਿਆ। ਜੀਵ ਅਵਿਦਿਆ ਕਰਕੇ ਭਾਸਦਾ ਹੈ, ਈਸ਼ਵਰ ਮਾਇਆ ਕਰਕੇ ਭਾਸਦਾ ਹੈ। ਮੁਗਧੋਂ ਕੇ ਔਰ ਮੈਂ, ਮੂਰਖਾਂ ਦੇ ਹਿਰਦੇ 'ਚ ਇਸ ਤਰ੍ਹਾਂ ਦੀ ਪ੍ਰਤੀਤੀ ਹੁੰਦੀ ਹੈ, ਇਸ ਤਰ੍ਹਾਂ ਦਾ ਸਰੂਪ ਭਾਸਦਾ ਹੈ। ਮੈਂ ਹੋਰ ਹਾਂ, ਈਸ਼ਵਰ ਹੋਰ ਹੈ। ਮੈਂ ਦੁਖੀ ਹਾਂ, ਈਸ਼ਵਰ ਸੁਖੀ ਹੈ। ਮੈਂ ਪ੍ਰਛਿੰਨ ਹਾਂ, ਜੀਵ ਈਸ਼ਵਰ ਜਿਹੜਾ ਹੈ ਉਹ ਵਿਆਪਕ ਹੈ। ਇਸ ਤਰ੍ਹਾਂ ਦੀ ਪ੍ਰਤੀਤੀ ਅਗਿਆਨੀ ਜੀਵਾਂ ਨੂੰ ਹੋ ਰਹੀ ਹੈ। ਸੋ ਇਸ ਤੋਂ ਅੱਗੇ ਬੜੇ ਡੂੰਘੇ ਵਿਚਾਰ ਫਿਰ ਸਰਵਣ ਕਰਾਂਗੇ। ਸਮੇਂ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।